ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਆਨੰਦ ਸਿੰਘ ਜੀ ਦੀ ਜੀਵਨੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾ ਵਾਲਿਆਂ ਦੀਆਂ ਸਾਖੀਆਂ ਬਾਰੇ ਅਸੀਂ ਤੁਹਾਨੂੰ ਜਾਣੂ ਕਰਾ ਰਹੇ ਹਾਂ। ਜਦੋਂ ਉਹਨਾਂ ਦੇ ਨਾਲ ਗੁਜ਼ਾਰਾ ਮੰਗ ਕੇ ਕਰਨ ਵਾਲੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਹਜੂਰ ਸਾਹਿਬ ਦੀ ਯਾਤਰਾ ਤੇ ਜਾਣ ਦਾ ਵਿਚਾਰ ਉਹਨਾਂ ਦੇ ਮਨ ਵਿੱਚ ਪ੍ਰਬਲ ਹੋ ਗਿਆ। ਸਭ ਪਾਠਕ ਇਹ ਤਾਂ ਜਾਣਦੇ ਹੀ ਹਨ ਕਿ ਹਜੂਰ ਸਾਹਿਬ ਸ੍ਰੀ ਅਬਚਲ ਨਗਰ ਨਾਂਦੇੜ ਸ਼ਹਿਰ ਹੈਦਰਾਬਾਦ ਵਿਖੇ ਉਹ ਪਵਿੱਤਰ ਅਸਥਾਨ ਹੈ ਜਿੱਥੇ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਅੰਤਿਮ ਕੌਤਕ ਵਿਖਾਇਆ। ਇਹ ਅਸਥਾਨ ਖਾਲਸਾ ਜੀ ਚੌਥਾ ਤਖਤ ਹੈ ਤੇ ਜਿਸ ਦੀ ਆਪਣੇ ਜੀਵਨ ਵਿੱਚ ਇੱਕ ਯਾਤਰਾ ਕਰਨੀ ਹਰੇਕ ਸਿੰਘ ਦਾ ਕਰਤੱਵ ਸਮਝਿਆ ਜਾਂਦਾ ਹੈ। ਜਦ ਰੇਲ ਨਹੀਂ ਸੀ ਚੱਲੀ ਤਾਂ ਬੜੇ ਜਫਰ ਜਾਲ ਕੇ ਕੁਝ ਪੈਦਲ ਕੁਝ ਘੋੜਿਆਂ ਬੈਲ ਗੱਡੀਆਂ ਜਾਂ ਰੱਥਾਂ ਤੇ ਚੜ੍ਹ ਕੇ ਤੇ ਜੰਗਲਾਂ ਤੇ ਦਰਿਆਵਾਂ ਨੂੰ ਪਾਰ ਕਰਕੇ ਇਸ ਯਾਤਰਾ ਨੂੰ ਸਿੰਘ ਪੂਰੇ ਕਰਦੇ ਹੁੰਦੇ ਸਨ। ਪਰ ਜਿਸ ਸਮੇਂ ਦਾ ਅਸੀਂ ਹਾਲ ਵਰਣਨ ਕਰ ਰਹੇ ਹਾਂ ਉਸ ਵੇਲੇ ਮਨਮਾਦ ਜੰਕਸ਼ਨ ਤੱਕ ਰੇਲ ਪੁੱਜ ਚੁੱਕੀ ਸੀ ਤੇ ਅੱਗੋਂ ਵੀ ਲਗਭਗ 224 ਮੀਲਾਂ ਦਾ ਸੜਕੀ ਸਫ਼ਰ ਸੀ। ਉਸ ਸਮੇਂ ਮਨਮਾਦ ਤੱਕ ਦਾ ਕਿਰਾਇਆ 24 ਰੁਪਏ ਲੱਗਦਾ ਪਰ ਚੰਗੀ ਤਰ੍ਹਾਂ ਯਾਤਰਾ ਕਰਨ ਲਈ 100 ਰੁਪਈਆ ਆਉਣ ਜਾਣ ਤੇ ਲੱਗ ਜਾਂਦਾ। ਸੋ ਆਪਣੀ ਕਮਾਈ ਦੇ 100 ਰੁਪਇਆਂ ਦੀ ਲੋੜ ਬਾਬਾ ਜੀ ਨੂੰ ਪ੍ਰਤੀਤ ਹੋਈ। ਉਹਨਾਂ ਦਿਨਾਂ ਵਿੱਚ ਰੁੜਕੀ ਇੱਕ ਬਹੁਤ ਵੱਡੀ ਛਾਉਣੀ ਤੇ ਇੰਜੀਨੀਅਰਿੰਗ ਦਾ ਕੇਂਦਰ ਸੀ। ਉੱਥੇ ਪੁੱਜੇ ਤੇ ਸਫ਼ਰਮੈਨਾਂ ਦੀ ਕੰਪਨੀ ਵਿੱਚ ਭਰਤੀ ਹੋਏ ਜਿਸ ਦਾ ਮੁੱਖ ਕੰਮ ਫੌਜੀ ਗੁਰਦੁਆਰੇ ਦੀ ਹੀ ਸੇਵਾ ਸੀ। ਅੰਮ੍ਰਿਤ ਵੇਲੇ ਹੀ ਰਾਂਗਣ ਲੈ ਕੇ ਬਾਬਾ ਜੀ ਨੇ ਭਜਨ ਵਿੱਚ ਬੈਠ ਜਾਣਾ ਤੇ ਦਿਨ ਵਿੱਚ ਹਰ ਪ੍ਰਕਾਰ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਾ ਛੱਡਣੀ। ਹਰ ਪ੍ਰਕਾਰ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਾ ਛੱਡਣੀ। ਇਹਨਾਂ ਦੀ ਭਜਨੀਕ ਬਿਰਤੀ ਤੇ ਅਟੁੱਟ ਸੇਵਾ ਨੇ ਸਭ ਦਾ ਦਿਲ ਮੋਹ ਲਿਆ। ਗੁਰਦੁਆਰੇ ਦੇ ਗ੍ਰੰਥੀ ਕੋਲ ਆਪਣੀ ਤਲਬ ਰੱਖ ਛੱਡਦੇ। ਉਸ ਨੂੰ ਇਹ ਕਿਹਾ ਜਾਂਦਾ ਸੀ ਜਦ 100 ਰੁਪਇਆ ਹੋ ਜਾਵੇ ਤਾਂ ਦੱਸ ਦੇਵੇ। ਨਾਂਦੇੜ ਜਦੋਂ ਹਜੂਰ ਸਾਹਿਬ ਦੀ ਯਾਤਰਾ ਤੇ ਮਨੋਰਥ ਸੰਬੰਧੀ ਸੰਗਤ ਨੂੰ ਪਤਾ ਲੱਗਾ ਤਾਂ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਬੇਨਤੀ ਕੀਤੀ ਕਿ ਸਾਰਾ ਖਰਚਾ ਉਹ ਆਪਣੇ ਵੱਲੋਂ ਕਰ ਦੇਣਗੇ ਜੇ ਬਾਬਾ ਜੀ ਯਾਤਰਾ ਕਰਕੇ ਮੁੜ ਇੱਥੇ ਹੀ ਆ ਜਾਣ। ਪਰ ਆਪਣੇ ਸੁਭਾਅ ਅਨੁਸਾਰ ਬਾਬਾ ਜੀ ਨੇ ਤੜਕ ਕੇ ਕਿਹਾ ਕਿ ਇਸ ਤਰ੍ਹਾਂ ਯਾਤਰਾ ਤਾਂ ਫਿਰ ਤੁਹਾਡੀ ਹੋਈ ਨਾ। ਇਸ ਪਰ ਉਹ ਨਿਰੰਤਰ ਹੋ ਗਏ। ਹਜੂਰ ਸਾਹਿਬ ਪੁੱਜ ਕੇ ਉੱਥੋਂ ਦੇ ਸਾਰੇ ਗੁਰੂ ਸਥਾਨਾਂ ਦੇ ਦਰਸ਼ਨ ਬੜੇ ਸ਼ਰਧਾ ਭਾਵ ਨਾਲ ਕੀਤੇ। ਉਸ ਪਾਸੇ ਸ਼੍ਰੋਮਣੀ ਤੇ ਕੇਂਦਰੀ ਸਥਾਨ ਸੱਚਖੰਡ ਦੇ ਨਾਮ ਤੇ ਪ੍ਰਸਿੱਧ ਹੈ ਤੇ ਉਸ ਦੇ ਹੈਡ ਪੁਜਾਰੀ ਬਾਬਾ ਹੀਰਾ ਸਿੰਘ ਜੀ ਇੱਕ ਕਰਨੀ ਵਾਲੇ ਸਿੰਘ ਸਨ। ਉਹ ਸਨ ਵੀ ਭਦੌੜ ਦੇ ਇਲਾਕੇ ਸ਼ਹਿਣਾ ਪਿੰਡ ਦੇ। ਉਹਨਾਂ ਉੱਤੇ ਬਾਬਾ ਜੀ ਦੀ ਰਹਿਣੀ ਬਹਿਣੀ ਦਾ ਬੜਾ ਪ੍ਰਭਾਵ ਪਿਆ। ਇਹਨਾਂ ਜਿਉਂ ਚੌਂਕੜੀ ਮਾਰਨੀ ਉੱਠਣ ਦਾ ਨਾਂ ਹੀ ਨਾ ਲੈਣਾ। ਇੱਕ ਦਿਨ ਬਾਬਾ ਜੀ ਨੇ ਜਾਚਨਾ ਕੀਤੀ ਮਹਾਰਾਜ ਕੋਈ ਸੇਵਾ ਬਖਸ਼ੋ ਤਾਂ ਹੈਡ ਪੁਜਾਰੀ ਨੇ ਫਰਮਾਇਆ ਤੁਹਾਡੇ ਲਈ ਸਭ ਸੇਵਾ ਖੁੱਲੀ ਹੈ। ਜੋ ਦਿਲ ਕਰਦਾ ਹੈ ਕਰ ਲਵੋ ਪਰ ਤਨਖਾਹ ਕਿੰਨੀ ਲੈਣੀ ਹੈ? ਤਨਖਾਹ ਸਤਿਗੁਰ ਦੀ ਸੇਵਾ ਤੇ ਤਨਖਾਹ ਲੰਗਰ ਤੋਂ ਪ੍ਰਸ਼ਾਦ ਛਕ ਲਵਾਂਗਾ। ਅੱਗੋਂ ਤੁਰੰਤ ਉੱਤਰ ਦੇਂਦਿਆਂ ਬੇਨਤੀ ਕੀਤੀ ਪਰ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਉਹ ਬਖਸ਼ੋ। ਬਾਬਾ ਹੀਰਾ ਸਿੰਘ ਜੀ ਦੀ ਵੱਡੀ ਸੇਵਾ ਤਾਂ ਇਹ ਹੈ ਕਿ ਉਹ ਗੁਰੂ ਸਾਹਿਬ ਦੇ ਅਸਥਾਨ ਦਾ ਇਸ਼ਨਾਨ ਰਾਤ ਦੇ 12 ਵਜੇ ਤੋਂ 20 ਮਿੰਟ ਪਿੱਛੋਂ ਕਰਾਇਆ ਜਾਂਦਾ ਹੈ। ਪਹਿਲਾਂ ਦੁੱਧ ਨਾਲ ਤੇ ਫਿਰ ਗੋਦਾਵਰੀ ਨਦੀ ਦੇ ਪਵਿੱਤਰ ਜਲ ਨਾਲ। ਪਾਣੀ ਦਾ ਪਿੱਟੇ ਜਾਣਾ। ਉਸ ਵੇਲੇ ਦੇ ਗਾਗਰਾ ਗੋਦਾਵਰੀ ਨਦੀ ਤੋਂ ਲਿਆਓ ਜੋ ਬਿਨਾਂ ਨਾਗਾ ਲਿਆ ਸਕੇ। ਨਦੀ ਉੱਥੋਂ ਮੁੰਨਾ ਕੁ ਮੀਲ ਦੀ ਵਿੱਥ ਤੇ ਹੈ। ਸਤ ਬਚਨ ਬੜੇ ਧੰਨ ਭਾਗ ਕਹਿ ਕੇ ਇਸ ਸੇਵਾ ਦਾ ਬੀੜਾ ਚੁੱਕ ਲਿਆ ਤੇ ਸਾਲ ਭਰ ਇਸ ਸੇਵਾ ਨੂੰ ਪੂਰੀ ਸ਼ਰਧਾ ਨਾਲ ਨਿਭਾਇਆ। ਇੱਕ ਦਿਨ ਸਵੇਰ ਦੀ ਗੱਲ ਹੈ ਜਦ ਜਲ ਨਾਲ ਬੜੇ ਸਾਹਿਬ ਦਾ ਇਸ਼ਨਾਨ ਕਰਾਉਣ ਲੱਗੇ ਤਾਂ ਹੈਡ ਪੁਜਾਰੀ ਨੇ ਕਿਹਾ ਠਹਿਰ ਜਾਓ। ਬੇਨਤੀ ਕੀਤੀ ਦਾਸ ਤੋਂ ਕੀ ਅਵਗਿਆ ਹੋ ਗਈ ਹੈ।
ਤਾਂ ਪੁਜਾਰੀ ਜੀ ਨੇ ਕਿਹਾ ਕਿ ਆਉਂਦਿਆਂ ਹੋਇਆ ਅੱਜ ਤੁਹਾਡਾ ਪੱਲਾ ਇੱਕ ਮੁਸਲਮਾਨ ਨਾਲ ਛੋ ਗਿਆ ਸੀ। ਇਸ ਪਰ ਗਾਗਰ ਦਾ ਪਾਣੀ ਡੋਲ ਦਿੱਤਾ ਗਿਆ ਤੇ ਫਿਰ ਇਸ਼ਨਾਨ ਕਰਕੇ ਕੱਪੜੇ ਬਦਲ ਕੇ ਜਲ ਲਿਆਂਦਾ ਤੇ ਇਸ਼ਨਾਨ ਕਰਾਉਣ ਦੀ ਮਰਿਆਦਾ ਪੂਰੀ ਕੀਤੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ। ਇਹਨਾਂ ਦਿਨਾਂ ਦੀ ਇੱਕ ਘਟਨਾ ਬਾਬਾ ਜੀ ਨੇ ਆਪ ਸਰਦਾਰ ਸੰਪੂਰਨ ਸਿੰਘ ਜੀ ਨੂੰ ਇਉਂ ਦੱਸੀ। ਇੱਕ ਸਵੇਰ ਅਸੀਂ ਦੀਵਾਨ ਵਿੱਚ ਬੈਠੇ ਹੋਏ ਸਾਂ ਕਿ ਇੱਕ ਬਾਲਕ ਘੜੀ ਮੁੜੀ ਇੱਧਰ ਉੱਧਰ ਸੱਚਖੰਡ ਦੇ ਦਰਵਾਜ਼ੇ ਅੱਗੇ ਪਿਆ ਫਿਰਦਾ ਦਿਖਾਈ ਦਿੱਤਾ। ਅਸੀਂ ਸੋਚਿਆ ਕਿ ਐਸਾ ਕੌਣ ਹੈ ਜੋ ਇਹ ਨਾਵਾਜਬ ਹਰਕਤ ਕਰ ਰਿਹਾ ਹੈ। ਅਸੀਂ ਉਸ ਨੂੰ ਕਹਿਣ ਲੱਗੇ ਸਾਂ ਪਰ ਝਿਜਕ ਗਏ। ਗੁਰੂ ਨਾਨਕ ਦਰਸ਼ਨ। ਪਿੱਛੋਂ ਜਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਨੂੰ ਦਰਸ਼ਨ ਹੋਏ ਤਾਂ ਉਹਨਾਂ ਨੇ ਫਰਮਾਇਆ ਕਿ ਉਹ ਬਾਲਕ ਕੋਈ ਸਾਧਾਰਨ ਬਾਲਕ ਨਹੀਂ ਸੀ, ਉਹ ਤਾਂ ਸ੍ਰੀ ਹਰਕ੍ਰਿਸ਼ਨ ਸਾਹਿਬ ਆਪ ਸਨ। ਕਲਗੀਧਰ ਦਰਸ਼ਨ। ਇਹ ਸੇਵਾ ਕਰਦਿਆਂ ਸਾਹਿਬ ਕਲਗੀਧਰ ਮਹਾਰਾਜ ਜੀ ਦੇ ਵੀ ਦਰਸ਼ਨ ਹੋਣੇ ਦੱਸਦੇ ਹਨ। ਵਿਦਿਆ ਪੜ੍ਹੋ। ਅੱਗੇ ਜਾ ਕੇ ਬਾਬਾ ਜੀ ਨੇ ਇਹ ਵੀ ਦੱਸਿਆ ਕਿ ਇੱਕ ਦਿਨ ਅਸੀਂ ਲੰਮੇ ਪਏ ਹੋਏ ਸਾਂ ਤੇ ਜਦ ਜਰਾ ਅੱਖ ਲੱਗ ਗਈ ਤਾਂ ਐਉਂ ਮਾਲੂਮ ਹੋਇਆ ਜਿਵੇਂ ਕੋਈ ਟੁੰਬ ਕੇ ਕਹਿੰਦਾ ਹੈ ਵਿਦਿਆ ਪੜ੍ਹੋ। ਖਿਆਲ ਆਇਆ ਕਿ ਕਿੱਥੇ ਜਾ ਕੇ ਪੜ੍ਹੀਏ ਤਾਂ ਅੱਗੋਂ ਆਵਾਜ਼ ਜਿਹੀ ਆਈ ਗੁਰੂ ਕਾਸ਼ੀ ਜਾਓ। ਇਹ ਸਭ ਜਾਣਦੇ ਹਨ ਕਿ ਹਜ਼ੂਰ ਸਾਹਿਬ ਵਿੱਚ ਆਏ ਜਾਂ ਰਹਿੰਦੇ ਪੰਜਾਬੀ ਸਿੰਘਾਂ ਨਾਲ ਦੱਖਣੀ ਸਿੰਘ ਹਮੇਸ਼ਾ ਕੁਝ ਖਾਰ ਖਾਂਦੇ ਰਹੇ ਹਨ। ਸੋ ਇਹ ਖਿਆਲ ਕਰਕੇ ਕਿ ਨਵਾਂ ਤਪਸਵੀ ਸਿੰਘ ਕਿਤੇ ਉੱਥੋਂ ਦੀ ਮਹੰਤੀ ਹੈੱਡ ਗ੍ਰੰਥੀ ਜਾਂ ਪੁਜਾਰੀ ਦੀ ਸੇਵਾ ਹੀ ਨਾ ਸੰਭਾਲ ਲਵੇ। ਇਹਨਾਂ ਨਾਲ ਲਾਗਬਾਜੀ ਕਰਨ ਲੱਗ ਪਏ ਤਾਂ ਇਹ ਕਹਿ ਕੇ ਕਿ ਅਸੀਂ ਇਹਨਾਂ ਗੱਲਾਂ ਵਿੱਚੋਂ ਕਹਿ ਲੈਣਾ। ਯਾਤਰਾ ਦੀ ਮਨਸ਼ਾ ਸੀ ਜੋ ਗੁਰੂ ਕਿਰਪਾ ਨਾਲ ਪੂਰੀ ਹੋ ਗਈ ਤੇ ਵਿਦਿਆ ਪੜ੍ਹਨ ਦਾ ਫੁਰਨਾ ਉਤਪੰਨ ਹੋ ਰਿਹਾ ਹੈ। ਵਾਪਸ ਕਿਉਂ ਨਾ ਚਲੀਏ। ਸਵਦੇਸ ਮੁੜਨ ਦਾ ਖਿਆਲ ਪੈਦਾ ਹੋ ਗਿਆ। ਇਹ ਸਨ 1903-1904 ਦੀ ਗੱਲ ਮਾਲੂਮ ਹੁੰਦੀ ਹੈ। ਪੰਜਾਬ ਨੂੰ ਮੋੜਾ। ਮਾਇਆ ਜੋ ਕੋਲ ਸੀ ਉਹ ਸੇਵਾ ਜਾਂ ਹੋਰ ਫੁਟਕਲ ਕੰਮ ਵਿੱਚ ਖਰਚ ਹੋ ਰਹੀ ਸੀ। ਕਿਰਾਇਆ ਕਿਸੇ ਕੋਲੋਂ ਮੰਗਣਾ ਨਹੀਂ ਚਾਹੁੰਦੇ, ਸੋ ਰੱਬ ਤਵੱਕਲੀ ਚਾਲੇ ਪਾ ਦਿੱਤੇ। ਗਾੜੀ ਵਿੱਚ ਬੈਠਣਾ। ਜਦ ਮਨਮਾਦ ਸਟੇਸ਼ਨ ਤੇ ਪੁੱਜੇ ਤਾਂ ਗੱਡੀਆਂ ਸਾਰੀਆਂ ਭਰੀਆਂ ਹੋਈਆਂ ਵੇਖੀਆਂ। ਸਵਾਰੀਆਂ ਸਿਗਰਟ ਵੀ ਪੀਣ। ਫਿਰ ਇੱਕ ਖਾਲੀ ਗੱਡੀ ਵੇਖੀ। ਉਦੋਂ ਇਸ ਗੱਲ ਦਾ ਗਿਆਨ ਹੀ ਨਹੀਂ ਸੀ ਕਿ ਗੱਡੀਆਂ ਦੇ ਦਰਜੇ ਹੁੰਦੇ ਹਨ ਤੇ ਕਿਰਾਇਆ ਵੱਧ ਹੁੰਦਾ ਹੈ, ਸੋ ਅੰਦਰ ਜਾ ਕੇ ਬਹਿ ਗਏ। ਇਸ ਤਰ੍ਹਾਂ ਕੁਝ ਚਿਰ ਬੈਠੇ ਰਹੇ। ਜਦ ਗੱਡੀ ਚੱਲਣ ਦੀ ਸੀਟੀ ਵੱਜੀ ਤਾਂ ਕਿਸੇ ਨੇ ਕਿਹਾ, ਭਾਈ ਸਿੱਖਾ ਬੈਠ ਤਾਂ ਗਿਆ ਏ, ਇਸ ਗੱਡੀ ਦਾ ਕਿਰਾਇਆ ਤਾਂ 7 ਗੁਣਾ ਹੈ। ਇੰਨੇ ਚਿਰ ਵਿੱਚ ਗੱਡੀ ਚੱਲ ਪਈ। ਇਸ ਪਰ ਵਿਚਾਰ ਆਇਆ, ਮਨਾ ਕੰਮ ਬੜਾ ਕਸੂਤਾ ਹੋ ਗਿਆ ਹੈ, ਹੁਣ ਬੈਠ ਕੇ ਉੱਠਣਾ ਵੀ ਠੀਕ ਨਹੀਂ ਤੇ ਜੇ ਕਿਸੇ ਨੇ ਪੁੱਛਿਆ ਜਾਂ ਫੜ ਲਿਆ ਫੇਰ ਕੀ ਹੱਤਕ ਹੋਏਗੀ। ਇਸ ਵਕਤ ਨਿਰੰਕਾਰ ਦਾ ਚਿੰਤਨ ਕੀਤਾ ਕਿ ਨਿਰੰਕਾਰ ਗੱਡੀ ਵੀ ਤੇਰੀ ਹੈ ਤੇ ਮੈਂ ਵੀ ਤੇਰਾ ਹਾਂ, ਅੱਗੇ ਤੇਰੀ ਰਜ਼ਾ। ਇਹ ਬੇਨਤੀ ਕਰਕੇ ਇੱਕ ਕਮਾਏ ਹੋਏ ਸ਼ਬਦ ਦਾ ਆਰਾਧਨ ਵੀ ਕੀਤਾ, ਜਿਸ ਦਾ ਸਿੱਟਾ ਇਹ ਹੋਇਆ ਕਿ ਰਾਹ ਵਿੱਚ ਕਈ ਵਾਰੀ ਅੱਗੋਂ ਬਾਪੂ ਲੰਘੇ ਤਾਂ ਕਿ ਹਿਲਾ ਛੱਡਣ, ਪਰ ਪੁੱਛਿਆ ਕਿਸੇ ਵੀ ਨਾ। ਇਸੇ ਤਰ੍ਹਾਂ ਬਿਨਾਂ ਕਿਸੇ ਰੋਕ ਟੋਕ ਦੇ ਬਠਿੰਡੇ ਆ ਪਹੁੰਚੇ ਤੇ ਉੱਥੋਂ ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ ਪੁੱਜੇ। ਇਸ ਸਥਾਨ ਤੇ 4 ਸਰੋਵਰ ਹਨ, ਗੁਰੂਸਰ, ਨਾਨਕਸਰ, ਲਿਖਨਸਰ ਤੇ ਮਹਿਲਸਰ। ਮਾਲੂਮ ਹੁੰਦਾ ਹੈ ਕਿ ਨਾਨਕਸਰ ਦੇ ਨੇੜੇ ਹੀ ਠਹਿਰੇ। ਬੇਹੰਗਮ। ਫਿਰ ਪਤਾ ਕੀਤਾ ਕਿ ਬੇਹੰਗਮਾਂ ਵਾਸਤੇ ਲੰਗਰ ਪਾਣੀ ਦਾ ਕੀ ਪ੍ਰਬੰਧ ਹੈ ਤਾਂ ਕਿਸੇ ਨੇ ਨਾਭੇ ਵਾਲੇ ਲੰਗਰ ਤੇ ਜਾਣ ਲਈ ਦੱਸ ਪਾਈ, ਪਰ ਉੱਥੇ ਜਾ ਕੇ ਵੀ ਲੰਗਰ ਮਸਤਾਨਾ ਵੇਖਿਆ। ਪਤਾ ਲੱਗਿਆ ਕਿ ਉੱਥੋਂ ਦੇ ਪੁਜਾਰੀ ਵੀ ਆਪਣਾ ਹੀ ਪੇਟ ਪਾਲਣਾ ਜਾਣਦੇ ਸਨ, ਸੋ ਬਿਰਛਾਂ ਦੇ ਪੱਤੇ ਤੇ ਬੇਰ ਆਦਿ ਛਕ ਕੇ ਝੱਟ ਲੰਘਾਇਆ। ਅਗਲੇ ਦਿਨ ਫੇਰ ਐਵੇਂ ਬੀਤੀ ਤਾਂ ਮਨ ਵਿੱਚ ਵਿਚਾਰ ਆਇਆ ਕਿ ਇੱਥੇ ਤਾਂ ਰਾਗ ਦਵੈਸ਼ ਦੀ ਅੱਗ ਲੱਗੀ ਹੋਈ ਹੈ। ਉੱਥੋਂ 15 ਕੋਹਾਂ ਦੀ ਵਿੱਥ ਲਹਿਰੋ ਖਾਨੇ ਸੰਤ ਵਧਾਵਾ ਸਿੰਘ ਜੀ ਦੀ
शोभा करनी पई ते अंदरली प्रेरणा अनुसार लहरे खाने पुजे। लहरे खाने संत वधावा सिंह जी इलाके दे प्रसिद्ध महात्मा सन, जिन्हां पास कई सिक्ख्या अभिलाषी विद्या प्राप्त लई आन के रिहा करदे। हथ नजूम कहा जाता है कि कुछ दिन पहला ही एक हथ देखण वाला संत वधावा सिंह जी दे पास आया ते उन्हां दा सज्जा हथ वेख के कहन लगा कि तुहाडे पास एक ऐसा सेवक पढ़न वास्ते आवेगा जिस दे मत्थे ते कोई रब्बी जलाल होवेगा। उसने तुहाडे जप तप नूं फल लाउणा है ते फिर तुहाडी चौं कुट्टी शोभा होवेगी। यह सुन के संतां दे मन विच एक विलखण उमंग उत्पन्न हो गई। फिर साडे बाबा जी भी पुज गए ते विद्या प्राप्ति दा मनोरथ दसन ते उत्थे रहन दी आग्या मिल गई। होरना विद्यार्थियां ते सेवकां वांगर भावें स्थान ते अंत महाराज दी सेवा करदे रहे, पर इन्हां दा अपना प्रोग्राम कुछ निराला ही सी। गल किसे नाल बहुती करनी ना, सारा दिन भजन विच मस्त रहना। कुछ दिनां पिछों समा लभ के इन्हां ने विद्या दान लई बेनती कीती। संत वधावा जी ने इन्हां दे मस्तक नूं गौह नाल केते रहनी बहनी दा ख्याल करदे होए हुणे समझण लग पए कि किते ये ओहो ही सेवक ना होवे जिस दा बाबत हथ वेखण नाल कुछ कह गया सी। इसलिए कहा, गुरमुखा तैनूं पढ़ाउण दी ताकत तां साडे पास नहीं है। जो कुछ तू अखर विद्या लैनी है वो लै लै। ਇਹ ਕਹਿ ਕੇ ਸੰਤ ਜੀ ਬਰਾਂਡੇ ਵਿੱਚ ਨਿਕਲ ਆਏ ਤੇ ਫਰਸ਼ ਉੱਤੋਂ ਰੇਤਾ ਵਿਛਾ ਕੇ ਊੜੇ ਤੋਂ ਹਾਹੇ ਤੱਕ ਅੱਖਰ ਲਿਖ ਦਿੱਤੇ ਤੇ ਕਿਹਾ ਕਿ ਅੱਗੋਂ ਵੇਖ ਵੇਖ ਕੇ ਲਿਖੀ ਜਾਣਾ। ਤਾਂ ਬਾਬਾ ਨੰਦ ਸਿੰਘ ਜੀ ਨੇ ਕਿਹਾ, ਦਾਸ ਨੇ ਤਾਂ ਇਸ ਤਰ੍ਹਾਂ ਨਹੀਂ ਪੜ੍ਹਨਾ, ਜਿਸ ਤਰ੍ਹਾਂ ਬੱਚਿਆਂ ਦੀ ਉਂਗਲ ਪਕੜ ਕੇ ਤੁਸੀਂ ਲਿਖਾਉਂਦੇ ਹੋ ਉਸੇ ਤਰ੍ਹਾਂ ਹੀ ਲਿਖਾਓ। इस पर संत जी ने फिर जमीन ते रेत विछाया ते उंगल पकड़ के ऊड़े तो हाहा तक अखर लिखवाए ते अपने मगर अखरां दा उच्चारण करवाया। जद हाहा अखर उच्चारिया तां नाल ही कह दिता, तेरा कटिया जमा दा फाहा। इस तो 15 कुछ दिन पिछों जद संत जी श्री गुरु ग्रंथ साहिब जी दा प्रकाश कर रहे सा तां बाबा जी हथ बन के वरांडे विच सामने खड़े हो गए। संत जी, भाई किस तरह खड़ा है, महाराज दर्शन कराओ। इस पर संतां ने अंदर बुला लिया ते गुरु ग्रंथ साहिब जी दा रुमाला चुक के कहा, भाई कर लै दर्शन। दर्शन तां हो गए पर गल बात भी तां कराओ, अगों बाबा जी ने बेनती की। इस पर संत जी ने एक ओंकार तो लैके नानक होसी पी सच तक मूल मंत्र आदि का उच्चारण किया ते बाबा जी दे पिछे पिछे बोलते गए। पढ़ाई संबंधी यह तां एक मर्यादा पूर्ति की गल सी। बाकी पढ़ाई ते श्री गुरु ग्रंथ साहिब जी का पाठ ते अर्शबोध इतनी छेती आ गए जिस तरह की पिछली याद नूं ही ताज़ा करना सी। उपरोक्त कारणा करके ते विलखण रहनी बहनी वेख के संत जी इन्हां नूं रिखी जी कहन लग पए। एक दिन की गल है कि साधुआं की एक मंडली संत वधावा सिंह जी के दर्शन नूं आई। उन्होंने लंगर तैयार हो रहा सी। होर स्थानां वांग संत जां दे स्थान ते भी दस्तूर सी कि लंगर की सारी सेवा बर्तन आदि साफ करन दा काम भी विद्यार्थियों ते सेवकां कोलों लई जांदी। सेवकां विचों ईश्वर सिंह नामी एक सेवक साध बोले ते लंगर विच सेवा कर चुकिया सी ते उस दी बिरती खान पीन दी अवस्था विच रहिंदी सी। ओह बड़ी चाह नाल माल पूड़िया ते खीरां दा जिक्र करन लग पिया जो ओह साध बोले दे लंगर विच बनाउंदा रिहा सी। बाबा जी भी उस वेले कोल बैठे भाजी छिल रहे सन। अपने मूँह ते झट चपेड़ मार के कहन लगे, मूर्खा इत्थे परमारथ दी तां कोई गल ही नहीं हुंदी। तू प्रशादे छकन लई इत्थे ठहरिया होया है। इन्ना कह के बाहर जंगल नूं चले गए। जद संत वधावा जी नूं इस गल दा पता लग्या तां होरनां नूं ताड़ना कीती ते कहा कि लंगर तैयार करदियां भी जां तां परमारथ दी गल करन जां चुप रहन।
ਰਿਖੀ ਜੀ ਦੇ ਪਿੱਛੇ ਆਦਮੀ ਭੇਜਿਆ ਤਾਂ ਪਤਾ ਲੱਗਿਆ ਕਿ ਦੂਰ ਟਿੱਬੇ ਤੇ ਬੈਠ ਕੇ ਉਹ ਭਜਨ ਵਿੱਚ ਮਸਤ ਹਨ ਤੇ ਉਹਨਾਂ ਲਈ ਪ੍ਰਸ਼ਾਦਾ ਉੱਥੇ ਹੀ ਭਿਜਵਾ ਦਿੱਤਾ। ਅੱਗੇ ਤੋਂ ਇਹ ਸਾਰਾ ਸਮਾਂ ਟਿੱਬੇ ਤੇ ਹੀ ਕੱਟਣ ਲੱਗ ਪਏ। ਅਸੀਂ ਰਾਤੀ ਆਉਣਾ ਜਾਂ ਤਾਂ ਪੌੜੀਆਂ ਵਿੱਚ ਬੈਠੇ ਰਹਿਣਾ, ਨਹੀਂ ਤਾਂ ਮੱਥਾ ਟੇਕ ਕੇ ਵਾਪਸ ਮੁੜ ਜਾਣਾ। ਇੱਕ ਦਿਨ ਸੰਤ ਵਧਾਵਾ ਜੀ ਨੇ ਪੁੱਛਿਆ, ਰਿਖੀ ਜੀ, ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਪੜ੍ਹਾਇਆ ਸੀ? ਇਹ ਸੁਣਦੇ ਸਾਰ ਬਾਬਾ ਜੀ ਉੱਠ ਖੜੋਤੇ ਤੇ ਰੋ ਰੋ ਕੇ ਕਿਹਾ, ਮੈਂ ਤਾਂ ਤੁਹਾਡੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਲ ਦਾ ਕੁੱਕਰ ਹਾਂ। ਇਹ ਕਹਿੰਦਿਆਂ ਸਾਰੇ ਪੌੜੀਆਂ ਤੋਂ ਹੇਠਾਂ ਉਤਰ ਗਏ। ਇਸ ਪਰ ਸੰਤ ਵਧਾਵਾ ਜੀ ਨੇ ਦੂਜੇ ਸੇਵਕਾਂ ਤੇ ਵਿਦਿਆਰਥੀਆਂ ਨੂੰ ਕਹਿ ਦਿੱਤਾ ਕਿ ਇਹ ਬੜਾ ਤਾਪੀ ਤੇ ਪ੍ਰਤਾਪੀ ਹੈ, ਇਸ ਨੂੰ ਤੁਸਾਂ ਕੁਝ ਨਾ ਕਹਿਣਾ। ਉਹ ਹਾਲੀ ਵੀ ਈਰਖਾ ਤੇ ਬੇਸਮਝੀ ਵਿੱਚ ਸਨ। ਉਹਨਾਂ ਵਿੱਚੋਂ ਇੱਕ ਕਹਿਣ ਲੱਗਾ, ਅਨਪੜ੍ਹਤਾ ਤਾਂ ਹੈ, ਪ੍ਰਤਾਪੀ ਕਾਹਦਾ? ਭਦੌੜ ਵਿੱਚ ਹੜੱਪੇ ਤੋਂ ਕਿਵੇਂ ਤੇ ਕਦੋਂ ਆਸਣ ਚੁੱਕਿਆ, ਇਹ ਠੀਕ ਤੌਰ ਤੇ ਪਤਾ ਨਹੀਂ ਲੱਗਦਾ, ਪਰ ਇਕੱਲੇ ਹੀ ਨਿਕਲ ਟੁਰੇ, ਜਿਵੇਂ ਕਿ ਮਾਲਕ ਦੇ ਹੁਕਮ ਅੰਦਰ ਪ੍ਰੇਰਨਾ ਹੋਈ। ਇਹ ਮਾਲਕ ਭਾਈ ਦਾ ਹੁਕਮ ਹੀ ਉਹਨਾਂ ਦੀ ਮੌਜ ਸੀ। ਹੋ ਸਕਦਾ ਹੈ ਕਿ ਗੁਰਦੇਵ ਦੇ ਦਰਸ਼ਨ ਲਈ ਪੂਚੋ ਵਿੱਚ ਵੀ ਇੱਕ ਅੱਧ ਦਿਨ ਲਈ ਗਏ ਹੋਣ, ਕਿਉਂਕਿ ਭਦੌੜ ਦੀ ਜੂ ਅੰਦਰ ਪੂਚੋ ਵੱਲੋਂ ਆ ਕੇ ਅਪ੍ਰੈਲ-ਮਈ ਪੁਰਖ 1918 ਵਿੱਚ ਠਹਿਰਨ ਦੀ ਗਵਾਹੀ ਮਿਲਦੀ ਹੈ। ਭਦੌੜ ਪਿਛਲੀ ਰਿਆਸਤ ਪਟਿਆਲਾ ਦਾ ਇੱਕ ਉੱਘਾ ਤੇ ਪੁਰਾਣਾ ਨਗਰ ਹੈ, ਜਿੱਥੋਂ ਦੇ ਸਰ ਅਤਰ ਸਿੰਘ ਮਹੋਪਾਧਿਆ ਜਿਹੇ ਪ੍ਰਸਿੱਧ ਵਿਦਵਾਨ ਸਰਦਾਰ ਹੋਏ ਸਨ। ਇਹ ਨਗਰ ਪੁੰਚੋ ਤੋਂ 24 ਕੁ ਮੀਲ ਚੜ੍ਹਦੇ ਵੱਲ ਹੈ। ਉਹਨਾਂ ਸਮਿਆਂ ਵਿੱਚ ਇੱਧਰ ਬਹੁਤ ਜੰਗਲ, ਬਿਆਬਾਨ ਤੇ ਜ਼ਮੀਨ ਮਹਿਰਾ ਸੀ। ਨਗਰ ਦੇ ਦੱਖਣ ਵਾਲੇ ਪਾਸੇ 4-5 ਮੁਰੱਬੇ ਦੀ ਥਾਂ ਵਿੱਚ ਇੱਕ ਵੱਡਾ ਜੰਗਲ ਜਿਹਾ ਸੀ, ਜੋ ਪਿੰਡ ਤੋਂ 2.5-3 ਮੀਲ ਦੀ ਵਿੱਥ ਤੇ ਹੋਵੇਗਾ। ਇਸ ਨੂੰ ਬੀੜ ਜਾਂ ਮੁੰਡਾ ਬੇਹ ਕਹਿੰਦੇ ਹਨ। ਕਿਸੇ ਸਮੇਂ ਇੱਥੇ ਥੇ ਹੁੰਦਾ ਸੀ, ਜਿਸ ਤੇ ਕੋਈ ਮੁੰਡਾ ਮਰ ਗਿਆ ਤੇ ਨਾਮ ਮੁੰਡਾ ਥੇ ਪੈ ਗਿਆ। ਬੀੜ ਵਿੱਚ ਇੱਕ ਕੱਚਾ ਪਰ ਵੱਡਾ ਮਕਾਨ ਬਣਿਆ ਹੋਇਆ ਸੀ, ਜਿਸ ਦੇ ਅੰਦਰ ਕੋਈ ਆਇਆ ਗਿਆ ਠਹਿਰ ਜਾਂਦਾ ਤੇ ਪਿੰਡ ਵਿੱਚ ਪਤਾ ਲੱਗ ਜਾਂਦਾ ਤਾਂ ਸਰਦਾਰਾਂ ਵੱਲੋਂ ਉਸਦੇ ਲੰਗਰ ਆਦਿ ਦੀ ਸੇਵਾ ਵੀ ਕੀਤੀ ਜਾਂਦੀ। ਇਸ ਜੂ ਦੇ ਨੇੜੇ ਚੜ੍ਹਦੇ ਵੱਲ 2-3 ਮੀਲ ਤੋਂ ਵਿਧਾਤਾ ਨਾਮੀ ਪਿੰਡ ਸੀ। ਉੱਥੋਂ ਦੇ ਮਾਲ ਛੇੜੂ ਮੁੰਡਿਆਂ ਨੇ ਵੇਖਿਆ ਕਿ ਇੱਕ ਸਾਧੂ, ਜਿਸ ਦੇ ਗੋਡਿਆਂ ਤੱਕ ਕਛਹਿਰਾ ਹੈ ਤੇ ਸਿਰ ਪਿੱਛੇ ਜੂੜਾ ਹੈ, ਠੋਡੀ ਹੇਠਾਂ ਲੱਕੜੀ ਜਿਹੀ ਲੈ ਕੇ ਸਾਰਾ ਦਿਨ ਬੈਠਾ ਰਹਿੰਦਾ ਹੈ। ਸੂਰਜ ਇੱਧਰੋਂ ਉੱਧਰ ਹੋ ਜਾਂਦਾ ਹੈ, ਪਰ ਇਸ ਨੂੰ ਖਾਂਦਾ ਪੀਂਦਾ ਜਾਂ ਕਿਤੇ ਜਾਂਦਾ ਕਦੇ ਵੇਖਿਆ ਨਹੀਂ। ਉਹਨਾਂ ਲਈ ਇਹ ਇੱਕ ਅਨੋਖੀ ਗੱਲ ਸੀ। ਬਾਬਾ ਜੀ ਦੇ ਬਚਨ ਅਨੁਸਾਰ ਵਿਸਾਖ ਦੀ ਸੁਹਾਵਣੀ ਰੁੱਤ ਸੀ। ਨੇੜੇ ਤੇੜੇ ਕਰੀਰ ਦੇ ਰੁੱਖ ਬਥੇਰੇ ਸਨ, ਜੋ ਡੇਲਿਆਂ ਨਾਲ ਲੱਦੇ ਹੋਏ ਸਨ। ਜਦ ਅਭਿਆਸ 'ਚ ਉੱਠਣਾ ਤਾਂ 5-7 ਡੇਲੇ ਤੋੜ ਕੇ ਮੂੰਹ ਵਿੱਚ ਪਾ ਲੈਣੇ ਤੇ ਗੜਵੇ 'ਚੋਂ 2 ਘੁੱਟ ਪਾਣੀ ਦੇ ਪੀ ਲੈਣੇ। ਇਸ ਤਰ੍ਹਾਂ ਉਧਰ ਪੂਰਨਾ ਕਰਦਿਆਂ 3 ਹਫ਼ਤੇ ਇਵੇਂ ਹੀ ਲੰਘ ਗਏ। ਇੱਧਰੋਂ ਮਾਲ ਛੇੜੂਆਂ ਤੋਂ ਗੱਲ ਨਿਕਲਦੀ ਭਾਈ ਪਰਸਾ ਸਿੰਘ ਦੇ ਕੰਨੀ ਜਾ ਪੁੱਜੀ, ਜੋ ਇੱਕ ਧਾਰਮਿਕ ਰੁਚੀ ਵਾਲਾ ਸੰਤ ਸੇਵੀ ਸੱਜਣ, ਕਵਿਤਾ ਰਚਨ ਤੇ ਪੜ੍ਹਨ ਕਾਰਨ ਕਵੀਸ਼ਰ ਕਰਕੇ ਪ੍ਰਸਿੱਧ ਸੀ। ਉਹ ਪ੍ਰਸ਼ਾਦਾ ਲੈ ਕੇ ਦਰਸ਼ਨਾਂ ਨੂੰ ਉੱਥੇ ਪੁੱਜਾ। ਜਿਵੇਂ ਕਿ ਮੁੰਡਿਆਂ ਨੇ ਤਪਸਵੀ ਜੀ ਦੀ ਦੱਸ ਪਾਈ ਸੀ, ਮਹਾਂਪੁਰਖ ਸਮਾਧੀ ਸਥਿਤ ਸਨ। ਪਰਸਾ ਸਿੰਘ ਕਿਤਨਾ ਕੁ ਚਿਰ ਪਹਿਲਾਂ ਤੋਂ ਖਲੋ ਕੇ ਦਰਸ਼ਨ ਕਰਦਾ ਤੇ ਨੇਤਰਾਂ ਨੂੰ ਠੰਡ ਪਾਉਂਦਾ ਰਿਹਾ, ਪਰ ਫਿਰ ਸਤਨਾਮ ਕਹਿ ਕੇ ਬੈਠ ਗਿਆ। ਮਹਾਂਪੁਰਖਾਂ ਨੇ ਜਦ ਸਮਾਧੀ ਖੋਲ੍ਹੀ ਤਾਂ ਸੁਭਾਵਕ ਹੀ ਪੁੱਛਿਆ, ਕੀ ਨਾਮ ਹੈ ਭਾਈ ਤੇ ਕਿਵੇਂ ਆਇਆ ਹੈ? ਇਸ ਪਰ ਭਾਈ ਪਰਸਾ ਸਿੰਘ ਨੇ ਆਪਣਾ ਨਾਮ ਪਤਾ ਦੱਸਿਆ। ਕਿਵੇਂ ਉਸਨੂੰ ਮਾਲ ਚਾਰੂ ਮੁੰਡਿਆਂ ਤੋਂ ਮਾਲੂਮ ਹੋਇਆ ਕਿ ਕਿਸੇ ਨੇ ਅੰਨ ਪਾਣੀ ਦੀ ਸੇਵਾ ਨਹੀਂ ਕੀਤੀ। ਬੇਪਰਵਾਹ ਬਾਬਾ ਜੀ ਅੱਗੋਂ ਬੋਲੇ, ਕਿਉਂ ਕੋਈ ਲਿਆਵੇ? ਅਸੀਂ ਕਿਸੇ ਆਦਮੀ ਦਾ ਇੱਥੇ ਕੋਈ ਕੰਮ ਕਰ ਰਹੇ ਹਾਂ। ਫਸਲ ਕੱਟਣ ਦਾ ਸਮਾਂ ਹੈ, ਤੁਹਾਡੇ ਮੁੰਡੇ ਵਾਢੀਆਂ ਕਰਦੇ ਹੋਣਗੇ, ਉਹਨਾਂ ਨੂੰ ਜਾ ਕੇ ਛਕਾਓ। ਇਹ ਅਨੋਖੀ ਬਿਰਤੀ ਦੇਖ ਕੇ ਪਰਸਾ ਸਿੰਘ ਹੈਰਾਨ ਤਾਂ ਹੋਇਆ, ਪਰ ਇਹ ਬੇਨਤੀ ਕਰਨੋਂ ਨਾ ਰਹਿ ਸਕਿਆ। ਹੁਣ ਤਾਂ ਦਾਸ ਲਿਆਇਆ ਹੈ, ਕਿਰਪਾ ਕਰੋ ਤੇ ਛਕੋ।
ਕੁਝ ਹੋਰ ਉੱਤਰ ਦੇਣ ਦੀ ਥਾਂ ਬਾਣੀ ਕੀ ਪੜ੍ਹਦਾ ਹੈ, ਬਾਬਾ ਜੀ ਨੇ ਅੱਗਿਓਂ ਪੁੱਛਿਆ। ਜੀ ਜਪਜੀ ਸਾਹਿਬ ਤੇ ਕੀਰਤਨ ਸੋਲਾ। ਚੰਗਾ ਭਾਈ, ਪਹਿਲੀ ਪੌੜੀ ਦਾ ਜਾਪ ਵੀ ਕਰਿਆ ਕਰ। ਧੰਨ ਗੁਰੂ ਨਾਨਕ ਉਚਾਰ ਕੇ ਪ੍ਰਸ਼ਾਦਾ ਛਕਿਆ। ਫਰੀਦਕੋਟ ਰਾਜ ਦਰਬਾਰ। ਗੱਲਾਂ ਬਾਤਾਂ ਕਰਦਿਆਂ ਭਾਈ ਪਰਸਾ ਸਿੰਘ ਨੇ ਇਹ ਵੀ ਦੱਸਿਆ ਕਿ ਉਸਨੂੰ ਕਵੀਸ਼ਰੀ ਦੇ ਕਾਰਨ ਫਰੀਦਕੋਟ ਦੇ ਰਾਜ ਦਰਬਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਦੀਆਂ 4 ਜਿਲਦਾਂ ਇਨਾਮ ਵਿੱਚ ਪ੍ਰਾਪਤ ਹੋਈਆਂ ਸਨ। ਸੋ ਉਹਨਾਂ ਦਾ ਵੀ ਕਦੇ ਕਿਤੇ ਵਿਚਾਰ ਕਰਦਾ ਹਾਂ। ਇਹ ਸੁਣ ਕੇ ਬਾਬਾ ਜੀ ਹੋਰ ਵੀ ਪ੍ਰਸੰਨ ਹੋਏ। ਇਸ ਤਰ੍ਹਾਂ ਪ੍ਰਸ਼ਾਦਾ ਛਕਾ ਕੇ ਤੇ ਹੋਰ ਸੇਵਾ ਪੁੱਛ ਕੇ ਉਸ ਦਿਨ ਆਗਿਆ ਲਈ। ਪਰ 2 ਕੁ ਦਿਨਾਂ ਪਿੱਛੋਂ ਇੱਕ ਹੋਰ ਸੰਤ ਸੇਵੀ ਸਰਦਾਰ ਆ ਹਾਜ਼ਰ ਹੋਇਆ, ਜੋ ਬਾਬਾ ਜੀ ਦੀ ਸ਼ਖਸੀਅਤ ਤੇ ਸ਼ਕਤੀ ਤੋਂ ਪ੍ਰਭਾਵਿਤ ਹੋ ਕੇ ਸ਼ਰਧਾਲੂ ਬਣ ਗਿਆ। ਇਹ ਸੀ ਸਰਦਾਰ ਕਿਸ਼ਨ ਸਿੰਘ ਜੈਲਦਾਰ ਨੈਣੇਵਾਲਿਆ, ਜਿਸ ਦੀ ਪਿੰਡ ਉੱਥੋਂ 3 ਕੁ ਮੀਲ ਦੱਖਣ ਵੱਲ ਸੀ। ਉਹ ਆਪਣੇ ਪਿੰਡ ਵੀ ਸ਼ਾਇਦ ਲੈ ਗਿਆ, ਕਿਉਂਕਿ ਉੱਥੇ ਇੱਕ ਬ੍ਰਹਮਚਾਰੀ ਸੰਤ ਬਾਬਾ ਜੀ ਦੇ ਮਿੱਤਰ ਰਿਹਾ ਕਰਦੇ ਸਨ। ਕਵੀਸ਼ਰ ਹੁਰੀ ਭਦੌੜ ਦੇ ਮੁਖੀ ਸਰਦਾਰ ਨਾਨਕ ਸਿੰਘ ਹੋਰਾਂ ਦੇ ਮਿੱਤਰ ਸਨ। ਸੋ ਜਾਂਦੇ ਹੀ ਸਰਦਾਰ ਜੀ ਨਾਲ ਕੀਤੀ। ਸਰਦਾਰ ਜੀ ਆਪ ਤਾਂ ਬਿਮਾਰੀ ਕਾਰਨ ਮੰਜੇ ਤੇ ਪਏ ਰਹਿੰਦੇ ਸਨ ਤੇ ਉਹਨਾਂ ਦੇ ਛੋਟੇ ਭਰਾ ਤਾਂ ਸਰਦਾਰ ਜੋਰਾਵਰ ਸਿੰਘ ਹਾਲੀ 12-13 ਵਰ੍ਹਿਆਂ ਦੇ ਸਨ। ਸੋ ਆਪਣੀ ਮਾਤਾ, ਘਰਵਾਲੀ ਤੇ ਭੈਣ ਨੂੰ ਪ੍ਰਸ਼ਾਦੇ ਦੀ ਸੇਵਾ ਕਰਨ ਲਈ ਘੱਲਿਆ। ਇਸ ਸਮੇਂ ਦੇ ਕੁਝ ਹਾਲ ਜੋ ਭਦੌੜ ਦੇ ਇੱਕ ਹੋਰ ਸਰਦਾਰ ਜੀ ਨੇ ਲਿਖ ਭੇਜੇ ਹਨ, ਉਹ ਉਹਨਾਂ ਦੀ ਜ਼ੁਬਾਨੀ ਇਸ ਪ੍ਰਕਾਰ ਹਨ। ਜਦ ਪਾਤਸ਼ਾਹ ਜੀ ਮਕਾਨ ਵਿੱਚੋਂ ਬਾਹਰ ਨਿਕਲੇ, ਮੈਂ ਨਮਸਕਾਰ ਕੀਤੀ। ਹੁਕਮ ਕੀਤਾ, ਭਾਈ ਕਿੱਥੋਂ ਦਾ ਰਹਿਣ ਵਾਲਾ ਹੈ? ਮੈਂ ਅਰਜ਼ ਕੀਤੀ, ਪਾਤਸ਼ਾਹ ਭਦੌੜ ਦਾ ਰਹਿਣ ਵਾਲਾ ਹਾਂ। ਅਸੀਂ ਇੱਥੇ ਆਏ ਹੋਏ ਹਾਂ, ਤੈਨੂੰ ਪਤਾ ਨਹੀਂ ਸੀ? ਮੈਂ ਅਰਜ਼ ਕੀਤੀ, ਸੱਚੇ ਪਾਤਸ਼ਾਹ ਮੈਂ ਪੜ੍ਹਦਾ ਹਾਂ, ਹੁਣ ਕਾਲਜ ਤੋਂ ਹੀ ਆ ਰਿਹਾ ਹਾਂ। ਨੈਣੇ ਵਾਲੇ ਤੋਂ ਸੁਣਿਆ ਕਿ ਹਜੂਰ ਆਏ ਹੋਏ ਹਨ। ਸਿੱਧਾ ਹਜੂਰ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਮੁਖਾਰਬਿਦ ਤੋਂ ਬੋਲੇ, ਅਸੀਂ ਇੱਥੇ 21 ਦਿਨ ਕਰੀਬ ਦੇ ਡੇਲੇ ਦੇ ਦਰਖਤਾਂ ਦੇ ਪੱਤੇ ਖਾਂਦੇ ਰਹੇ ਹਾਂ, ਕਿਸੇ ਸਾਰ ਨਹੀਂ ਲਈ। ਹੁਣ ਥੋੜੇ ਦਿਨਾਂ ਤੋਂ ਨੈਣੇ ਵਾਲੇ ਤੋਂ ਭੋਜਨ ਆਉਂਦਾ ਹੈ। ਮੈਂ ਅਰਜ਼ ਕੀਤੀ, ਸੱਚੇ ਪਾਤਸ਼ਾਹ ਹੁਣ ਦਾਸ ਚਰਨਾਂ ਵਿੱਚ ਹਾਜ਼ਰ ਹੈ, ਹੁਕਮ ਹੋਵੇ ਮੈਂ ਸੇਵਾ ਵਿੱਚ ਰੋਜ਼ ਹਾਜ਼ਰ ਹੋਇਆ ਕਰਾਂ। ਕਹਿੰਦੇ ਸਰਦਾਰੀ। ਮੈਂ ਅਰਜ਼ ਕੀਤੀ ਕਿ ਦਰਬਾਰ ਦੀ ਬਖਸ਼ੀ ਹੋਈ ਦਾਤ ਹੈ, ਮਿਹਰ ਕਰੋ। ਅਗਰ ਅੱਗੇ ਇਸ ਖਾਨਦਾਨ ਤੋਂ ਭੁੱਲ ਹੋ ਗਈ, ਹੁਣ ਕਿਰਪਾ ਕਰਕੇ ਸੇਵਾ ਬਖਸ਼ੋ। ਬਹੁਤ ਅਰਜ਼ਾਂ ਕੀਤੀਆਂ, ਫਿਰ ਦਿਆਲ ਹੋ ਕੇ ਹੁਕਮ ਦਿੱਤਾ, ਅੱਛਾ ਤੂੰ ਕਰ, ਆਪੇ ਹੀ ਸਭ ਕਰਨਗੇ। ਸੋ ਹੁਣ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਭ ਹੀ ਹਾਜ਼ਰ ਹੁੰਦੇ ਹਨ। ਮੈਂ ਅਗਲੇ ਦਿਨ ਤੋਂ ਕੱਚਾ ਤੇਲ ਮਾਲਿਸ਼ ਲਈ ਤੇ ਜਿਸ ਤਰ੍ਹਾਂ ਦਾ ਭੋਜਨ ਦਾ ਹੁਕਮ ਹੋਇਆ ਹਾਜ਼ਰ ਕੀਤਾ। ਰੋਜ਼ ਹਜ਼ੂਰੀ ਵਿੱਚ ਹਾਜ਼ਰ ਹੁੰਦਾ ਰਿਹਾ। ਸਰਦਾਰ ਜੀ ਦੇ ਕਥਨ ਅਨੁਸਾਰ ਇੱਥੇ ਲਗਭਗ 2 ਮਹੀਨੇ ਰਹਿ ਕੇ ਦੋਦਰ ਜਾਣ ਦੀ ਤਿਆਰੀ ਕੀਤੀ ਤੇ ਉੱਥੇ ਇਹ ਆਪਣੀ ਇੱਕ ਹਮਜੋਲੀ ਨਾਲ ਬਾਬਾ ਜੀ ਨੂੰ ਰੱਥ ਵਿੱਚ ਸਵਾਰ ਕਰਕੇ ਛੱਡ ਆਏ, ਜਿੱਥੇ ਕਿ 1.5 ਕੁ ਮਹੀਨਾ ਠਹਿਰ ਕੇ ਕਲੇਰੀ ਆ ਦਰਸ਼ਨ ਦਿੱਤੇ। ਭਦੌੜ ਬਾਬਤ ਇਸ ਸਮੇਂ ਦੀ ਹੋਈ ਇੱਕ ਹੋਰ ਸੰਬੰਧਿਤ ਤੇ ਪ੍ਰਸਿੱਧ ਵਾਰਤਾ ਦਾ ਲਿਖਣਾ ਅਨੁਚਿਤ ਨਹੀਂ ਹੋਵੇਗਾ। ਇਸ ਪ੍ਰਕਾਰ ਦੱਸੀ ਜਾਂਦੀ ਹੈ। ਭਦੌੜ ਦੇ ਸਰਦਾਰ ਪੁੱਚੋ ਵਾਲੇ ਸੰਤ ਹਰਨਾਮ ਸਿੰਘ ਜੀ ਦੇ ਸੇਵਕ ਸਨ। ਬਾਬਾ ਜੀ ਤਾਂ ਭਦੌੜ ਦੇ ਬੀੜ ਨੂੰ ਛੱਡਣ ਉਪਰੰਤ ਜਦ ਕੋਈ ਸਰਦਾਰ ਦਰਸ਼ਨਾਂ ਲਈ ਪੁੱਚੋਂ ਗਏ ਤਾਂ ਪੁੱਚੋਂ ਵਾਲਿਆਂ ਨੇ ਦਰਸ਼ਨ ਦੇਣ ਤੋਂ ਹੀ ਇਨਕਾਰ ਕਰ ਦਿੱਤਾ। ਬਹੁਤ ਬੇਨਤੀਆਂ ਕਰਨ ਪਰ ਇਹ ਉੱਤਰ ਦਿੱਤਾ, ਅਸੀਂ ਭਦੌੜ ਗਏ ਸੀ, ਤੁਸੀਂ ਪ੍ਰਸ਼ਾਦਾ ਤੱਕ ਨਹੀਂ ਸੀ ਪੁੱਛਿਆ ਤੇ ਹੁਣ ਦਰਸ਼ਨ ਭਾਲਦੇ ਹੋ। ਇਹ ਉੱਤਰ ਸੁਣ ਕੇ ਸਰਦਾਰ ਬੜੇ ਹੈਰਾਨ ਹੋਏ ਤੇ ਉਹਨਾਂ ਦੇ ਪੁੱਛਣ ਤੇ ਸਾਰੀ ਗੱਲ ਦੱਸੀ ਤੇ ਫਰਮਾਇਆ ਕਿ ਉਹ ਮਹਾਂਪੁਰਖ ਸਾਡਾ ਹੀ ਰੂਪ ਸਨ, ਜਿਨ੍ਹਾਂ ਨੂੰ ਤੁਸੀਂ ਪ੍ਰਸ਼ਾਦਾ ਪਾਣੀ ਤੱਕ ਨਹੀਂ ਪੁੱਛਿਆ ਤੇ ਜਿਨ੍ਹਾਂ ਨੂੰ ਡੇਲੇ ਛੱਡ ਕੇ ਝੱਟ ਲੰਘਾਉਣਾ ਪਿਆ। ਇਹ ਸਮਝ ਲਵੋ ਕਿ ਤੁਸੀਂ ਕੱਚੇ ਡੇਲੇ ਬਿਨਾਂ ਲੂਣ ਤੋਂ ਦਾਨ ਕੀਤੇ ਹਨ। ਤੁਹਾਡੇ ਲਈ ਦਰਗਾਹ ਵਿੱਚ ਡੇਲਿਆਂ ਦਾ ਢੇਰ ਲੱਗਾ ਪਿਆ ਹੈ, ਉਹ ਤੁਹਾਨੂੰ ਹੀ ਖਾਣੇ ਪੈਣਗੇ। ਇਹ ਸਮਾਚਾਰ ਸੁਣ ਕੇ ਉਹ ਸਰਦਾਰ ਬਾਬਾ ਜੀ ਦੇ ਸੇਵਾ ਵਿੱਚ ਹਾਜ਼ਰ ਹੋਏ, ਖਿਮਾ ਮੰਗੀ, ਫਿਰ ਤਨ ਮਨ ਨਾਲ ਸੇਵਾ ਕਰਨ ਲੱਗ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।